नशा के सौदागरों को किसी भी हालत में बख्शा नहीं जाएगा। वहीं विलेज डिफेंस कमेटी के साथ बैठक कर सीसीटीवी कैमरे भी लगाए जाएंगे। ये बात आज पठानकोट पहुंचे डीजीपी पंजाब गौरव यादव ने एक प्रेस वार्ता के दौरान कही। उन्होंने कहा कि उनकी पहल प्राथमिकता ड्रग्स को यानी कि नशों को जड़ से दूर करना है। उन्होंने कहा कि विलेज डिफेंस कमेटी का गठन इसी उद्देश्य के साथ हुआ था ताकि बॉर्डर के साथ लगते इलाकों में सुरक्षा के पूरे प्रबंध किए जाएं, ताकि कोई भी शरारती तत्व किसी भी वारदात को अंजाम ना दे सके। वहीं गौरव यादव ने कहा कि पंजाब के मुख्यमंत्री भगवंत मान के निर्देशों पर पूरे पंजाब में नशों के खात्मों को लेकर मुहिम चलाई जा रही है, जिसके लिए पठानकोट के एसएसपी और डीसी दोनों तत्पर हैं। नशों के सौदागरों को किसी भी हालत में बख्शा नहीं जाएगा। वहीं उन्होंने लोगों से भी सहयोग की अपील की। और क्या कहा डीजीपी गौरव यादव ने, आप भी सुनिए। तो ਅੱਜ ਇੱਥੇ ਮੈਂ ਵਿਲੇਜ ਲੈਵਲ ਡਿਫੈਂਸ ਕਮੇਟੀਜ਼ ਦੀ ਮੀਟਿੰਗ ਕਰਨ ਆਇਆ ਸੀਗਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ। 44 ਟੋਟਲ ਵਿਲੇਜ ਡਿਫੈਂਸ ਕਮੇਟੀਜ਼ ਦੇ ਮੈਂਬਰਸ ਇੱਥੇ ਸੀਗੇ ਜੀ। ਉਹਨਾਂ ਦੇ ਨਾਲ ਇੰਟਰੈਕਟ ਕੀਤਾ। ਉਹਨਾਂ ਜਿਹੜਾ ਚੰਗਾ ਕੰਮ ਹੋ ਰਿਹਾ ਸੀਗਾ ਉਸ ਨੂੰ ਰਿਕੋਗਨਾਈਜ਼ ਕਰਕੇ ਰਿਵਾਰਡ ਕੀਤਾ ਗਿਆ। ਜਿਹੜੇ ਫਲੱਡ ਰਿਲੀਫ ਦੇ ਵਿੱਚ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਸੀਗਾ ਉਹਨਾਂ ਨੂੰ ਰਿਵਾਰਡ ਕੀਤਾ ਗਿਆ। ਤੇ ਪਠਾਨਕੋਟ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਜ਼ ਬਹੁਤ ਚੰਗਾ ਕੰਮ ਕਰ ਰਹੇ ਹੈਗੇ। ਡਿਪਟੀ ਕਮਿਸ਼ਨਰ ਔਰ ਐਸਐਸਪੀ ਬਹੁਤ ਵਧੀਆ ਸਿਨਰਜੀ ਨਾਲ ਸਾਰੀ ਫੋਰਸਿਸ BSF ਪੰਜਾਬ ਪੁਲਿਸ ਆਰਮੀ ਦੇ ਨਾਲ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਇੱਥੇ ਕੰਮ ਚੱਲ ਰਿਹਾ। ਤੇ ਜਿਹੜੀ ਵਿਲੇਜ ਡਿਫੈਂਸ ਕਮੇਟੀਜ਼ ਹੈਗੀਆਂ ਇਹਨਾਂ ਦਾ ਪਰਪਸ ਜਦੋਂ ਸਟੈਬਲਿਸ਼ ਹੋਈ ਸੀ ਕਿ ਫਰੋਮ ਅਕ੍ਰੋਸ ਦੀ ਬਾਰਡਰ ਇਹ ਫੋਰਸਿਸ ਦੇ ਆਈਜ਼ ਐਂਡ ਈਅਰਸ ਐਕਟ ਕਰਨਗੀ ਕਿ ਸੋ ਦੈਟ ਕੋਈ ਵੀ ਸ਼ੱਕੀ ਮੂਵਮੈਂਟ ਹੁੰਦੀ ਹੈ ਉਸ ਬਾਰੇ ਇਤਲਾ ਦੇਣ। ਕਿਤੇ ਡਰੋਨ ਆਂਦਾ ਹੈ तो एक ड्रोन इमरजेंसी रिस्पॉन्स प्रोटोकॉल बनाया गया सीगा कि ये विलेज डिफेंस कमेटी मैंबर्स इंटीमेट करनगे ਨੀਅਰੈਸਟ ਸਿਕਿਉਰਿਟੀ ਫੋਰਸਿਸ ਨੂੰ। ਸੋ ਉਸ ਦੇ ਨਾਲ ਹੁਣ ਅਸੀਂ ਜਿਹੜੀ ਪੰਜਾਬ ਗਵਰਨਮੈਂਟ ਦੀ ਜਿਹੜੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਮਾਨ ਦੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕਿ ਡਰੱਗਸ ਦੇ ਖਿਲਾਫ ਇੱਕ ਜੰਗ ਜਿਹੜੀ ਛੇੜੀ ਜਾਊਗੀ। ਉਸ ਦੇ ਮੁਹਿੰਮ ਦੇ ਵਿੱਚ ਸਾਨੂੰ ਲੋਕਾਂ ਦੀ ਸਪੋਰਟ ਦੀ ਬਹੁਤ ਲੋੜ ਹੈ। ਸੋ ਵਿਲੇਜ ਡਿਫੈਂਸ ਕਮੇਟੀਜ਼ ਤੋਂ ਮੈਂ ਅੱਜ ਸਹਿਯੋਗ ਦੀ ਅਪੀਲ ਕੀਤੀ ਹੈ ਕਿ ਡਰੱਗਸ ਦੇ ਖਿਲਾਫ ਜਿਹੜੀ ਜੰਗ ਕਈ ਲੈਵਲਸ ਤੇ ਜਿਹੜੇ ਵੱਡੇ ਸਪਲਾਇਰਸ ਹੈਗੇ ਉਹਨਾਂ ਤੇ ਨਕੇਲ ਕੱਸੀ ਜਾ ਰਹੀ ਹੈ, ਉਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਾਈ ਜਾ ਰਹੀ ਹੈ। ਜਿਹੜੇ ਸਟਰੀਟ ਲੈਵਲ ਦੀ ਪੈਡਲਿੰਗ ਹੁੰਦੀ ਹੈ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਉਹਨਾਂ ਦੀ ਆਈਡੈਂਟੀਫਿਕੇਸ਼ਨ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ। ਤੇ ਇਸ ਦੇ ਨਾਲ ਜਿਹੜੇ ਯੂਥ ਜਿਹੜੇ ਡਰੱਗਸ ਲੈਂਦੇ ਆ ਡਰੱਗ ਯੂਜ਼ਰਸ ਹੈਗੇ ਉਹਨਾਂ ਨੂੰ ਵੀ ਵਿਲ ਬੀ ਟ੍ਰੀਟਿੰਗ ਐਜ਼ ਵਿਕਟਿਮਸ ਤੇ ਉਹਨਾਂ ਦੀ ਰੀਹੈਬਿਲਿਟੇਸ਼ਨ ਲਈ ਡੀ ਐਡਿਕਸ਼ਨ ਲਈ ਪ੍ਰੋਗਰਾਮਸ ਜਿਹੜੇ ਹੈਗੇ ਐਗਜ਼ਿਸਟਿੰਗ ਪ੍ਰੋਗਰਾਮਸ ਉਹਨਾਂ ਨੂੰ ਸਟਰੈਂਥਨ ਕੀਤਾ ਜਾਊਗਾ। ਡਿਮਾਂਡ ਰਿਡਕਸ਼ਨ ਤੇ ਸਪਲਾਈ ਰਿਡਕਸ਼ਨ ਦੋਵੇਂ ਫਰੰਟਸ ਤੇ ਕੰਮ ਕੀਤੇ ਜਾਣਗੇ। ਪੁਲਿਸ ਡਿਪਾਰਟਮੈਂਟ ਨਾਲ ਦੀ ਨਾਲ ਹੈਲਥ ਡਿਪਾਰਟਮੈਂਟ ਐਜੂਕੇਸ਼ਨ ਸਪੋਰਟਸ ਸਾਰਿਆਂ ਨੂੰ ਇਕੱਠਾ ਲੈ ਕੇ ਇੱਕ ਕੋਹਰੈਂਟ ਤੇ ਸਿਨਰਜਿਕ ਪਲਾਨ ਬਣਾਉਣਗੇ ਕਿ ਸੋ ਦੈਟ ਜਿਹੜੀ ਡਰੱਗਸ ਦੀ ਜਿਹੜੀ ਸਮੱਸਿਆ ਹੈ ਇਸ ਤੇ ਕਾਬੂ ਪਾਇਆ ਜਾ ਸਕੇ। ਸਰ 14 ਮਹੀਨਿਆਂ ਚ 2778 ਬਿਗ ਫਿਸ਼ ਡਰੱਗਸ ਦੀ ਜਿਹੜੀ ਹੈਗੀ ਆ ਉਹ ਤੁਸੀਂ ਅੰਦਰ ਕੀਤੀ ਹੈਗੀ ਆ। 19000 ਸਮਗਲਰ ਜਿਹੜੇ ਹੈਗੇ ਆ ਉਹ ਫੜੇ ਹੈਗੇ ਆ। ਇੱਕ ਸਾਲ ਚ ਕਿਵੇਂ ਡਰੱਗ ਫ੍ਰੀ ਪੰਜਾਬ ਹੋਵੇਗਾ ਆਉਣ ਵਾਲੇ ਚ ਕੀ ਰੋਡ ਮੈਪ ਹੈਗਾ ਪੰਜਾਬ ਪੁਲਿਸ ਦਾ? ਜਿਵੇਂ ਮੈਂ ਕਿਹਾ ਜੀ ਇੱਕ ਤੇ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਫੋਕਸ ਔਨ ਬਿਗ ਫਿਸ਼ ਇਹਨਾਂ ਦੀ ਪ੍ਰਾਪਰਟੀ ਸੀਜ਼ਰ ਇਹਨਾਂ ਦੀ ਅਰੈਸਟ ਵੱਡੀ ਖੇਪਾ BSF ਨੇ ਬਹੁਤ ਅੱਛੀ ਰਿਕਵਰੀਜ਼ ਕੀਤੀਆਂ, ਪੰਜਾਬ ਪੁਲਿਸ ਨੇ ਬਹੁਤ ਅੱਛੀ ਰਿਕਵਰੀਜ਼ ਕੀਤੀਆਂ। ਸਾਡਾ ਪਲਾਨ ਹੈਗਾ ਕਿ ਜਿਹੜੀ ਸਪਲਾਈ ਆਫ ਡਰੱਗਸ ਹੈ ਉਸ ਨੂੰ ਕੱਟ ਕੀਤਾ ਜਾਵੇ ਫਰੋਮ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ। ਇਸ ਦੇ ਵਿੱਚ ਸਾਨੂੰ ਕਾਫੀ ਸਫਲਤਾ ਮਿਲੀ ਹੈ। ਵੀ ਹੈਵ ਅਚੀਵਡ ਸਕਸੈਸਿਸ। ਨਾਲ ਦੇ ਨਾਲ ਇੱਕ ਪੈਰਲਲ ਜਿਹੜਾ ਪ੍ਰੋਗਰਾਮ ਹੈਗਾ ਕਿ ਪਿੰਡਾਂ ਦੇ ਵਿੱਚ ਤੇ ਮੁਹੱਲਿਆਂ ਦੇ ਵਿੱਚ ਜਿਹੜੀ ਸਪਲਾਈ ਆਫ ਡਰੱਗਸ ਹੈ ਜਿਹੜੀ ਜ਼ਰੂਰੀ ਨਹੀਂ ਕਿ ਇੰਟਰਨੈਸ਼ਨਲ ਬਾਰਡਰ ਤੋਂ ਹੀ ਹੋਵੇ, ਇਟ ਕਮਸ ਫਰੋਮ ਇੰਟਰਸਟੇਟ ਬਾਰਡਰਸ ਫਰੋਮ ਅਦਰ ਸੋਰਸਿਸ, ਉਸ ਨੂੰ ਪਲੱਗ ਕੀਤਾ ਜਾਵੇ। ਇਹਨਾਂ ਦੇ ਸਪਲਾਇਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਤੇ ਨਕੇਲ ਕੱਸੀ ਜਾਵੇ, ਜਿਸ ਦੇ ਵਿੱਚ ਅਸੀਂ ਪਬਲਿਕ ਕੋਆਪਰੇਸ਼ਨ ਲੋਕਾਂ ਤੇ ਸਹਿਯੋਗ ਦੀ ਅਸੀਂ ਰਿਕੁਐਸਟ ਕੀਤੀ ਹੈ। ਥਰਡ ਪਾਰਟ ਇਜ਼ ਡਿਮਾਂਡ ਰਿਡਕਸ਼ਨ ਬਾਈ ਆਈਡੈਂਟੀਫਾਈਂਗ ਦੀ ਵਿਕਟਿਮਸ, treating them, rehabilitating them। ਉਹਨਾਂ ਦੀ ਇਨਫੈਕਟ ਡਿਪਟੀ ਕਮਿਸ਼ਨਰ ਪਠਾਨਕੋਟ ਹੈਜ਼ ਬੀਨ ਵੈਰੀ ਪੋਜ਼ਿਟਿਵ ਕਿ ਜਿਵੇਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮਸ, ਯੂਥ ਐਮਪਲੋਇਮੈਂਟ ਪ੍ਰੋਗਰਾਮਸ, ਬੈਂਕਸ ਤੋਂ ਸੌਫਟ ਲੋਨ ਲੋਕਾਂ ਨੂੰ ਦਵਾ ਕੇ ਸੋ ਦੈਟ ਦੇ ਕੈਨ ਸਟਾਰਟ ਸਮਾਲ ਬਿਜ਼ਨੈਸਿਸ। ਸੋ ਬੇਸਿਕ ਆਈਡੀਆ ਹੈਗਾ ਕਿ ਜਿਹੜਾ ਇੱਕ ਫਾਰਮਰ ਡਰੱਗ ਯੂਜ਼ਰ ਸੀ ਉਸ ਨੂੰ ਲਾਈਫ ਦੇ ਵਿੱਚ ਰੀਹੈਬਿਲਿਟੇਟ ਵੀ ਕੀਤਾ ਜਾਵੇ ਸੋ ਦੈਟ ਇੱਕ ਕੰਪਲੀਟ ਪੈਕੇਜ ਹੋਵੇ ਡਰੱਗਸ ਤੇ ਅਟੈਕ ਕਰਨ ਦਾ। सर बड़े सारे ड्रग पैडलर्स पकड़े जाते हैं, मेरा ख्याल और वो कोर्ट में बड़े सारे केसेस पेंडिंग है। आई थिंक 14,000 केसेज आर पेंडिंग, तो वो कोर्ट का इशू है। लेकिन कोई फास्ट ट्रैक कोर्ट होनी चाहिए पुलिस को, ऐसा क्या लगता है कि बाद में? ये आपका अच्छा सुझाव है। मैं सबकी जानकारी के लिए बताना चाहूँगा कि पूरे इंडिया में
तकरीबन 75,000 से 76,000 FIRs दर्ज करी जाती हैं NDPS एक्ट में, जिसमें 13 से 14,000 पंजाब में अलोन दर्ज करी जाती है। तो इसे मैं पॉजिटिव नज़रिए से देखता हूँ कि ये ड्रग्स के खिलाफ पंजाब में कितना ज़्यादा काम हो रहा है। सो ये बात बिल्कुल सही है कि इसकी एक्सपेडिशियस ट्रायल होनी चाहिए, जिससे जो मुलजिम है उन्हें सज़ा दिलाई जा सके। तो ये हम टेकअप करेंगे कि फास्ट ट्रैक कोर्ट जो है ये बनाई जाए, सो दैट ड्रग के केसेस को ऑन प्रायोरिटी ट्रायल इनके कंक्लूड किए जा सके। सर एंटी ड्रोन सिस्टम के लिए एंटी ड्रोन सिस्टम वास्ते DRDO भी काम कर रहा ਸੀਗਾ कि कुछ ऐसी तकनीक बनाई जाए कि एंटी ड्रोन सिस्टम ਜਿਹੜਾ ਹੈਗਾ ਉਹ ਤਿਆਰ ਕੀਤਾ ਜਾ ਸਕੇ। कुछ पंजाब पुलिस ऐसे इक्विपमेंट्स या कुछ चीज़ ਜਿਹੜੀ ਹੈਗੀ ਉਹ ਅਡਾਪਟ ਕਰ ਰਹੀ ਹੈ इन फ्यूचर। नहीं, इस तक काफ़ी काम हो रहा है कंसर्न एजेंसीज नाल। इट्स अ कॉन्फिडेंशियल नेशनल सिक्योरिटी का मैटर है कि मैं बहुत ज़्यादा कह नहीं सकता। इस ते BSF ने बहुत अच्छा काम किया है, सो आई कैन नॉट टॉक मच इन अ पब्लिक फोरम। विलेज डिफेंस कमेटीज़ को लेकर आज मीटिंग हुई है सर, तो विलेज डिफेंस कमेटीज़ कितनी पोटेंशियल हो पाई हैं अभी तक या बॉर्डर डिस्ट्रिक्ट में, या कितना उन्होंने नहीं, ये बहुत प्रभावी रही हैं। ख़ास तौर पर पठानकोट ज़िले में विलेज डिफेंस कमेटीज़ ने बहुत अच्छा काम किया है और इन्होंने फोर्सेस के साथ BSF के साथ पंजाब पुलिस के साथ मिल के इन्होंने काम किया है। तो मैं इसमें इनकरेज भी करना चाहता हूँ, इनके अच्छे वर्क को मैं रिकॉग्नाइज़ करता हूँ और हम ये कोऑपरेशन को नए आयामों पे लेके जा रहे हैं कि इसके साथ ही इन रोल को एक्सपैंड किया जाए और जो विलेज में जो ड्रग जो है उसके खिलाफ भी काम किया जाए। तो पब्लिक सपोर्ट की सर जो एंटी नेशन एलिमेंट्स हैं सर वो टैक्टिकली काफ़ी ज़्यादा स्ट्रॉन्ग डे बाय डे हो ਰਹੇ ਹੈਗੇ ਆ। ਸਾਡੀ ਫੋਰਸ ਜਿਹੜੀ ਹੈਗੀ ਉਹ ਕਿਵੇਂ ਡੇ ਬਾਈ ਡੇ ਸਟਰੋਂਗ ਹੋਵੇਗੀ ਉਹਨਾਂ ਨੂੰ ਕਾਊਂਟਰ ਕਰਨ ਨਹੀਂ, ਵਾਸਤੇ? ਅਸੀਂ ਨਾ ਜੀ ਜਿਵੇਂ ਇੱਕ ਪੰਜਾਬ ਗਵਰਨਮੈਂਟ ਨੇ 20 ਕਰੋੜ ਸਾਨੂੰ ਇਸ ਫਾਈਨੈਂਸ਼ੀਅਲ ਈਅਰ 'ਚ ਦਿੱਤਾ ਫॉर ਸਟਰੈਂਥਨਿੰਗ ਬਾਰਡਰ ਪੋਲਿਸਿੰਗ, ਜਿਸ ਦੇ ਵਿੱਚ ਜਿਵੇਂ ਫਸਟ ਲਾਈਨ ਆਫ ਡਿਫੈਂਸ ਇਜ਼ ਮੈਨਡ ਬਾਈ BSF, ਸੈਕੰਡ ਲਾਈਨ ਆਫ ਡਿਫੈਂਸ ਤੇ ਸਟੇਟ ਪੁਲਿਸ ਦੀ ਡਿਪਲੋਇਮੈਂਟ ਹੈਗੀ, ਉਸ ਨੂੰ ਸਟਰੈਂਥਨ ਕਰਨ ਲਈ ਇੱਕ ਤੇ ਅਸੀਂ CCTV ਲਗਾ ਰਹੇ ਹਾਂ। ਸੋ 10 ਕਰੋੜ CCTV 3200 ਪੁਆਇੰਟਾਂ ਲੋਕੇਸ਼ਨਾਂ ਤੇ CCTVs ਲਾਏ ਜਾਣਗੇ in this year. That is one. Second is improving the mobility and equipment of the police stations. तो सभी बॉर्डर पुलिस स्टेशनस ਨੂੰ ਨਵੀਆਂ ਗੱਡੀਆਂ ਦੇ ਰਹੇ हैं, ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਤੇ ਸਾਡੇ ਨਾਕੇ ਮੋਰਚੇ ਹੈਗੇ ਉਹ ਇੰਪਰੂਵ ਕੀਤੇ ਜਾ ਰਹੇ हैं। ਸੋ ਕਾਫੀ ਇਕਵਿਪਮੈਂਟ ਤੇ ਟੈਕਨੋਲੋਜੀ ਦਾ ਅਸੀਂ ਇਸਤੇਮਾਲ ਕਰ ਰਹੇ ਹਾਂ ਕਿ ਸੋ ਦੈਟ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਸਟਰੋਂਗ ਹੋ ਸਕੇ। ਸਰ ਪਠਾਨਕੋਟ ਜਿਹੜਾ ਇਟ ਇਜ਼ ਅ ਬਾਰਡਰ ਸਟੇਟ, ਇੱਧਰ ਹਿਮਾਚਲ ਲੱਗਦਾ, ਇੱਧਰ JNK ਲੱਗਦਾ ਹੈ, ਤੇ ਇਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਦੇ ਵਾਸਤੇ ਵੀ ਕੋਈ ਕਮੇਟੀਆਂ ਬਣਾਈ ਜਾਣਗੀਆਂ ਨਹੀਂ, ਇਹਨਾਂ ਦਾ ਰੈਗੂਲਰ ਵੀ ਆਰ ਇਨ ਰੈਗੂਲਰ ਬਿਕੋਜ਼ ਪਠਾਨਕੋਟ ਤੋਂ ਥੋੜੀ ਦੂਰ ਤੇ ਹੀ ਇੱਕ ਬੜਾ ਵੱਡਾ ਡਿਸਟਿਲਰੀ ਜਿਹਨੂੰ ਕਹਿੰਦੇ ਆ ਛੰਨੀ ਬੇਲੀ, ਜਿਹੜੇ ਕਿ ਪਹਿਲੇ ਸ਼ਰਾਬ ਵੇਚਦੇ ਸੀ, ਅੱਜ ਕੱਲ੍ਹ ਉਹ ਸਾਰੇ ਚਿੱਟਾ ਵੇਚਦੇ ਆ। No, you are right ਜੀ, you are in fact ਅੱਜ ਹੀ we have held holding a meeting ਜਿਹਦੇ ਵਿੱਚ DC ਕਠੂਆ ਦੂਜੇ ਆਫਿਸਰਸ ਆ ਰਹੇ ਹੈਗੇ। ਆਰਮੀ ਨਾਲ ਸਾਡਾ ਬਹੁਤ ਅੱਛਾ ਕੋਆਰਡੀਨੇਸ਼ਨ ਹੈ ਐਂਡ ਵਿਦ ਡਿਪਟੀ ਕਮਿਸ਼ਨਰਸ ਐਂਡ SSPs ਆਫ ਐਡਜੋਇਨਿੰਗ ਡਿਸਟ੍ਰਿਕਟਸ ਹਿਮਾਚਲ, ਜੰਮੂ ਕਸ਼ਮੀਰ ਤੇ ਪੰਜਾਬ, ਇਹਨਾਂ ਦੀ ਰੈਗੂਲਰ ਮੀਟਿੰਗਸ ਕੋਆਰਡੀਨੇਸ਼ਨ मीटिंग्स ਹੁੰਦੀਆਂ हैं। एक्सचेंज ऑफ इंफॉर्मेशन इज देयर। सर आम लोगों को पता है कि नशा कहाँ बिकता है, लेकिन पुलिस को क्यों नहीं पता? नहीं, इसमें यही तो रेदर देन फॉल्ट फाइंडिंग विद ईच अदर वी आर स्टार्टिंग ऑन अ स्केल दैट वी वांट पब्लिक कोऑपरेशन कि आप हमें बताएं आपके एरिया में कौन। मैंने दो चीज़ें कही थी कि एक तो जो यूथ जो ड्रग कंज्यूम करते हैं उन्हें हम एज अ विक्टिम ट्रीट करेंगे, जो ड्रग के कंज्यूमर्स हैं उनको आइडेंटिफाई करें, उनको आगे लेके आए सो दैट उन्हें हम रिहेबिलिटेशन की तरफ लेके जा सकें। और दूसरा जो आपके एरिया में पेडलिंग होती है, जो पेडलर्स हैं, सप्लायर्स हैं, उनके बारे में आप बताएं। ये दो ब्रॉड मैंने अपील्स विलेज डिफेंस कमेटीज़ को करी। सर आपका एफर्ट तो बहुत अच्छा है, इट्स कमेंडेबल, बट कहा यह जाता है कि पुलिस की मर्जी के बिना तो कुछ भी नहीं हो सकता। मंदिर के बाहर से चप्पल चोरी नहीं हो सकती, तो पुलिस के पास इतनी इंफॉर्मेशन होती हैं, तो अब तो अपने सिविल डिफेंस कमेटीज़ भी बना दी और ये सब कुछ कर दिया, तो इससे हम रिजल्ट्स के देखो जी, पुलिस डिराइव्स इट्स स्ट्रेंथ फ्रॉम यू, फ्रॉम द पीपल। सो बट मैं एश्योर करदा कि यू विल सी अ डेफिनेट चेंज इन द सिनेरियो। Education embraces not only facts but also values. It inculcates such good practices which may reveal our qualities and perfections in every sphere of life. We, as a part of A&M Institute, empower knowledge with practical approach. Students can accumulate knowledge and information from wide range of books, journals available in the library. We also nurture the skills of our future managers
by the use of well-equipped and furnished laboratories. A&M Group of Institutes endeavors to impart such value-based education to our students. We welcome you all to A&M Group of Institutes, Pathankot.